ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ 'ਚ। ਮੈਂ ਉਮੀਦ ਕਰਦੀ ਹਾਂ ਤੁਸੀਂ ਆਪਣੀ ਸਿਹਤ ਦਾ ਵਧੀਆ ਧਿਆਨ ਰੱਖ ਰਹੇ ਹੋਵੋਗੇ ਤੇ ਪੜ੍ਹਾਈ ਵੀ ਵਧੀਆ ਚੱਲ ਰਹੀ ਹੋਏਗੀ। ਆਪਾਂ ਕਰ ਰਹੇ ਹਾਂ 5ਵੀਂ ਜਮਾਤ ਦੀ ਕਿਤਾਬ ਪੰਜਾਬੀ ਪੁਸਤਕ ਦਾ 18ਵਾਂ ਪਾਠ ਜਿਹਦਾ ਨਾਮ ਹੈ ਸੋਨੇ ਦੀ ਪਾਲਕੀ। ਇਹ ਇੱਕ ਮਹਾਨ ਲੇਖਕ ਬਾਰੇ ਕਹਾਣੀ ਹੈ ਜੋ ਬਚਪਨ ਵਿੱਚ ਸੁਪਨੇ ਲੈਂਦੇ ਸੀ ਤੇ ਉਹਨਾਂ ਨੂੰ ਜਿਉਂਦੇ ਵੀ ਸੀ। ਆਓ ਦੇਖੀਏ ਕੀ ਹੈਗਾ ਇਹਦੇ ਸਿੱਖਣ ਨੂੰ ਮਿਲਣ ਵਾਲਾ। ਇੱਕ ਸਮੇਂ ਦੀ ਗੱਲ ਹੈ, ਬੰਗਾਲ ਵਿੱਚ ਰਵੀ ਨਾਂ ਦਾ ਇੱਕ 5 ਸਾਲ ਦਾ ਬਾਲਕ ਸੀ। ਬਾਲਕ ਦੇ ਘਰ ਵਾਲੇ ਬੜੇ ਅਮੀਰ ਸਨ, ਪਰ ਹੌਲੀ-ਹੌਲੀ ਇਹ ਦੌਲਤ ਘੱਟ ਹੋਣ ਲੱਗੀ। ਹੁਣ ਤਾਂ ਪੁਰਾਣੇ ਵੇਲੇ ਦੀਆਂ ਕੁਝ ਟੁੱਟੀਆਂ-ਫੁੱਟੀਆਂ ਨਿਸ਼ਾਨੀਆਂ ਹੀ ਬਾਕੀ ਰਹਿ ਗਈਆਂ ਸਨ। ਉਹਨਾਂ ਨਿਸ਼ਾਨੀਆਂ ਚੋਂ ਇੱਕ ਸੀ ਪੁਰਾਣੀ ਪਾਲਕੀ, ਬਹੁਤ ਵੱਡੀ ਅਤੇ ਸ਼ਾਨਦਾਰ। ਤਾਂ ਇੱਕ ਸਮੇਂ ਦੀ ਗੱਲ ਹੈ, ਬੰਗਾਲ ਵਿੱਚ ਰਵੀ ਨਾਂ ਦਾ ਇੱਕ 5 ਸਾਲ ਦਾ ਬੱਚਾ ਰਹਿੰਦਾ ਸੀ। ਕਾਫੀ ਅਮੀਰ ਘਰ ਤੋਂ ਸੀ, ਪਰ ਸਮੇਂ ਦੇ ਨਾਲ ਉਹ ਅਮੀਰ ਨਾ ਰਹੇ, ਬਲਕਿ ਉਹਨਾਂ ਦੀ ਹਾਲਤ ਖਰਾਬ ਹੋ ਗਈ। ਘਰ ਵਿੱਚ ਟੁੱਟੀਆਂ-ਫੁੱਟੀਆਂ ਚੀਜ਼ਾਂ ਹੀ ਰਹਿ ਗਈਆਂ ਸਨ, ਜਿਨ੍ਹਾਂ ਵਿੱਚੋਂ ਇੱਕ ਸੀ ਪੁਰਾਣੀ ਪਾਲਕੀ, ਜੋ ਬਹੁਤ ਵੱਡੀ ਸੀ ਤੇ ਸ਼ਾਨਦਾਰ ਵੀ ਸੀ। ਪਰ ਉਹ ਕੰਮ ਵਿੱਚ ਨਹੀਂ ਆਉਂਦੀ ਸੀ। ਉਸ ਦਾ ਰੰਗ ਫਿੱਕਾ ਪੈ ਚੁੱਕਿਆ ਸੀ ਅਤੇ ਉਹ ਇੱਕ ਬਰਾਂਡੇ ਦੇ ਇੱਕ ਖੁੰਝੇ ਵਿੱਚ ਫਾਲਤੂ ਹੀ ਪਈ ਰਹਿੰਦੀ ਸੀ। ਜੇਕਰ ਘਰ ਵਿੱਚ ਕਿਸੇ ਨੂੰ ਉਸ ਪਾਲਕੀ ਨਾਲ ਪਿਆਰ ਸੀ ਤਾਂ ਸਿਰਫ ਰਵੀ ਨੂੰ। ਆਪਣੀ ਛੁੱਟੀ ਦੇ ਸਮੇਂ ਉਹ ਇਸ ਪਾਲਕੀ ਦੇ ਪਰਦੇ ਸੁੱਟ ਕੇ ਸਾਰੇ ਦਰਵਾਜ਼ੇ ਬੰਦ ਕਰਕੇ ਬੈਠ ਜਾਂਦਾ ਸੀ। ਇਸ ਇਕਾਂਤ ਵਿੱਚ ਰਵੀ ਨੂੰ ਬੜਾ ਆਨੰਦ ਆਉਂਦਾ ਸੀ। ਪਾਲਕੀ ਵਿੱਚ ਬੈਠ ਕੇ ਉਹ ਤਰ੍ਹਾਂ-ਤਰ੍ਹਾਂ ਦੀਆਂ ਕਲਪਨਾਵਾਂ ਕਰਦਾ ਸੀ। ਤਾਂ ਉਹ ਪਾਲਕੀ ਕਿਸੇ ਕੰਮ ਦੀ ਤਾਂ ਸੀ ਨਹੀਂ, ਉਹ ਇੱਕ ਖੁੰਝੇ 'ਚ ਪਈ ਰਹਿੰਦੀ ਸੀ ਬਰਾਂਡੇ ਦੇ ਵਿੱਚ, ਤੇ ਉਹ ਕਿਸੇ ਦੇ ਵੀ ਕੰਮ ਨਹੀਂ ਆਉਂਦੀ ਸੀ। ਪਰ ਰਵੀ ਉਹਦਾ ਬਰਾਬਰ ਇਸਤੇਮਾਲ ਕਰਦਾ ਸੀ, ਪ੍ਰਯੋਗ ਕਰਦਾ ਸੀ। ਉਹ ਕੀ ਕਰਦਾ ਸੀ? ਸਕੂਲੋਂ ਜਦ ਘਰੇ ਆਉਂਦਾ ਸੀ, ਪਾਲਕੀ ਦੇ ਸਾਰੇ ਪਰਦੇ ਕਰਕੇ, ਦਰਵਾਜ਼ੇ ਬੰਦ ਕਰਕੇ ਉਹਦੇ ਅੰਦਰ ਬੈਠ ਜਾਂਦਾ ਸੀ ਤੇ ਤਰ੍ਹਾਂ-ਤਰ੍ਹਾਂ ਦੀਆਂ ਕਲਪਨਾਵਾਂ ਵੀ ਕਰਦਾ ਸੀ। ਇੱਕ ਦਿਨ ਦੀ ਗੱਲ ਹੈ, ਰਵੀ ਦੇ ਘਰ ਵਿੱਚ ਕੋਈ ਤਿਉਹਾਰ ਮਨਾਇਆ ਜਾ ਰਿਹਾ ਸੀ। ਘਰ ਦੀ ਨੌਕਰਾਣੀ ਭਾਜੀ ਦੀ ਟੋਕਰੀ ਰੱਖੀ ਇੱਧਰ-ਉੱਧਰ ਆ ਜਾ ਰਹੀ ਸੀ। ਨੌਕਰ ਦੁੱਖੋਂ ਗੰਗਾ ਜੀ ਤੋਂ ਪਾਣੀ ਲਿਆ ਰਿਹਾ ਸੀ। ਉਹ ਵਹਿੰਗੀ ਨੂੰ ਮੋਢਿਆਂ ਤੇ ਰੱਖ ਕੇ ਲਿਆਉਂਦਾ ਸੀ ਅਤੇ ਭਾਰ ਨਾਲ ਦੋਹਰਾ ਹੋ ਜਾਂਦਾ ਸੀ। ਗਲੀ ਦੇ ਦੂਸਰੇ ਸਿਰੇ ਵਾਲੇ ਕਮਰੇ ਵਿੱਚ ਬੈਠਾ ਦੀਨੂ ਸੁਨਿਆਰਾ ਆਪਣੀ ਛੋਟੀ ਜਿਹੀ ਧੋਕਣੀ ਫੂਕ ਰਿਹਾ ਸੀ। ਉਸਨੇ ਰਵੀ ਦੇ ਘਰ ਪਰਿਵਾਰ ਵਾਲਿਆਂ ਵਾਸਤੇ ਗਹਿਣੇ ਤਿਆਰ ਕਰਨੇ ਸਨ। ਸਾਹਮਣੇ ਦੇ ਵਿਹੜੇ ਵਿੱਚ ਦਰਬਾਨ ਮੁਕੰਦ ਲਾਲ ਕਾਲੇ ਪਹਿਲਵਾਨ ਤੋਂ ਕੁਸ਼ਤੀ ਦੇ ਦਾਅ-ਪੇਚ ਸਿੱਖ ਰਿਹਾ ਸੀ। ਘਰ ਦੇ ਦੂਸਰੇ ਲੋਕ ਉਹਨਾਂ ਨੂੰ ਦੇਖ-ਦੇਖ ਕੇ ਹੱਸ ਰਹੇ ਸਨ, ਪਰੰਤੂ ਰਵੀ ਸਾਰਿਆਂ ਦੀ ਨਜ਼ਰ ਬਚਾ ਕੇ ਉਸ ਪੁਰਾਣੀ ਪਾਲਕੀ ਵਿੱਚ ਜਾ ਬੈਠਾ। ਤੇ ਹੁਣ ਇੱਕ ਦਿਨ ਦੀ ਗੱਲ ਹੈ, ਜਿਵੇਂ ਬਾਕੀ ਦੇ ਤਿਉਹਾਰ ਮਨਾਏ ਜਾਂਦੇ ਨੇ, ਉਹਨਾਂ ਦੇ ਘਰ ਵਿੱਚ ਇੱਕ ਹੋਰ ਤਿਉਹਾਰ ਮਨਾਇਆ ਜਾ ਰਿਹਾ ਸੀ ਤੇ ਘਰ ਵਿੱਚ ਰੌਣਕ ਲੱਗੀ ਹੋਈ ਸੀ। ਘਰ ਵਿੱਚ ਜਿਹੜੀ ਕੰਮ ਵਾਲੀ ਸੀ ਉਹ ਇੱਧਰ-ਉੱਧਰ ਟੋਕਰੀ ਚੱਕ ਕੇ ਘੁੰਮ ਰਹੀ ਸੀ ਤੇ ਇੱਕ ਦੂਜਾ ਨੌਕਰ ਜਿਹਦਾ ਨਾਂ ਦੁੱਖੋ ਸੀ, ਉਹ ਗੰਗਾ ਜੀ ਤੋਂ ਪਾਣੀ ਲਿਆ ਰਿਹਾ ਸੀ, ਭਰ ਕੇ ਆਪਣੇ ਮੋਢਿਆਂ ਤੇ ਚੁੱਕ ਕੇ ਲੈ ਕੇ ਆ ਰਿਹਾ ਸੀ ਪਾਣੀ ਨੂੰ, ਤੇ ਫਿਰ ਉਹ ਪਾਣੀ ਨੂੰ ਕਿਤੇ ਰੱਖ ਰਿਹਾ ਸੀ। ਬਾਰ-ਬਾਰ ਇਹੀ ਕੰਮ ਕਰੀ ਜਾ ਰਿਹਾ ਸੀ। ਗਲੀ ਦੇ ਦੂਸਰੇ ਪਾਸੇ ਵਿੱਚ ਬੈਠਾ ਹੋਇਆ ਸੀ ਸੁਨਿਆਰਾ, ਜਿਹਦਾ ਨਾਂ ਸੀ ਦੀਨੂ, ਤੇ ਉਹ ਵੀ ਆਪਣਾ ਕੰਮ ਕਰ ਰਿਹਾ ਸੀ। ਹਲਕੀ-ਹਲਕੀ ਫੂਕਾਂ ਮਾਰ ਕੇ ਸੋਨੇ ਦੇ ਜਿਹੜੇ ਗਹਿਣੇ ਸੀ ਉਹ ਤਿਆਰ ਕਰ ਰਿਹਾ ਸੀ, ਰਵੀ ਦੇ ਘਰਦਿਆਂ ਨੇ ਦਿੱਤੇ ਹੋਏ ਸੀ। ਤੇ ਬਾਹਰਲੇ ਪਾਸੇ ਜੇ ਦੇਖਿਆ ਜਾਵੇ ਤਾਂ ਬਾਕੀ ਸਾਰੇ ਕੰਮ ਵੀ ਹੋ ਰਹੇ ਸੀ, ਜਿਵੇਂ ਕਿ ਕੁਸ਼ਤੀ ਲੜਨ ਵਾਲੇ ਕੁਸ਼ਤੀ ਸਿੱਖ ਰਹੇ ਸਨ, ਦੂਜੇ ਲੋਕ ਬੈਠ ਕੇ ਹੱਸ ਰਹੇ ਸਨ, ਤੇ ਇਹਨਾਂ ਸਾਰਿਆਂ ਤੋਂ ਨਿਗਾਹ ਬਚਾਉਂਦਾ ਹੋਇਆ ਰਵੀ ਆਪਣੀ ਪੁਰਾਣੀ ਦੇਖੋ ਪਾਲਕੀ ਵਿੱਚ ਜਾ ਕੇ ਬੈਠ ਗਿਆ। ਆ ਹੈਗੀ ਹੈ ਪਾਲਕੀ। ਅੱਗੇ ਪੜ੍ਹਦੇ ਹਾਂ ਕੀ ਹੁੰਦਾ ਹੈ। ਉਸਨੇ ਪਾਲਕੀ ਦੇ ਪਰਦੇ ਸੁੱਟ ਲਏ ਅਤੇ ਉਸਦੇ ਸਾਰੇ ਦਰਵਾਜ਼ੇ ਵੀ ਬੰਦ ਕਰ ਲਏ।
ਤਦ ਉਸ ਹੌਲੀ ਜਿਹੀ ਕਿਹਾ, ਪਾਲਕੀ ਰਾਣੀ, ਇਸ ਭੀੜ ਭਾੜ ਵਿੱਚ ਮੇਰਾ ਮਨ ਨਹੀਂ ਲੱਗਦਾ। ਰੌਲੇ ਨਾਲ ਮੇਰਾ ਸਿਰ ਫਟਦਾ ਜਾ ਰਿਹਾ ਹੈ। ਤੂੰ ਮੈਨੂੰ ਇੱਥੋਂ ਕਿਤੇ ਦੂਰ ਸੈਰ ਕਰਾਉਣ ਲੈ ਚੱਲ। ਤਦ ਰਵੀ ਆਪਣੀਆਂ ਅੱਖਾਂ ਬੰਦ ਕਰਕੇ ਪਾਲਕੀ ਵਿੱਚ ਲੰਮਾ ਪੈ ਗਿਆ। ਤਦੇ ਲੱਗਿਆ ਜਿਵੇਂ ਪਾਲਕੀ ਪੁੱਛ ਰਹੀ ਹੈ, ਕਿੱਥੇ ਜਾਣਾ ਚਾਹੁੰਦਾ ਹੈ ਰਵੀ ਬੇਟੇ? ਕਿਤੇ ਦੂਰ ਜੰਗਲ ਵਿੱਚ ਲੈ ਚਲੋ ਪਾਲਕੀ ਰਾਣੀ, ਜਿੱਥੇ ਸ਼ੋਰ ਨਾ ਹੋਵੇ, ਭੀੜ ਨਾ ਹੋਵੇ ਅਤੇ ਚਾਰੇ ਪਾਸੇ ਸ਼ਾਂਤੀ ਹੋਵੇ। ਪਾਲਕੀ ਉੱਡਣ ਲੱਗੀ। ਰਵੀ ਪਿਆ ਪਿਆ ਹੀ ਝੁੱਕ ਕੇ ਥੱਲੇ ਖਿਲਰੇ ਹੋਏ ਸੁੰਦੇ ਸ਼ਹਿਰ ਨੂੰ ਦੇਖਣ ਲੱਗਾ। ਇੱਕ ਵੱਡੇ ਸਾਰੇ ਸ਼ਹਿਰ ਨੂੰ ਦੇਖ ਕੇ ਰਵੀ ਨੇ ਪਾਲਕੀ ਤੋਂ ਪੁੱਛਿਆ, ਪਾਲਕੀ ਰਾਣੀ, ਇਸ ਸੁੰਦਰ ਸ਼ਹਿਰ ਦਾ ਨਾਂ ਕੀ ਹੈ? ਇਸ ਦਾ ਨਾਂ ਅਜੇ ਰੱਖਿਆ ਹੀ ਨਹੀਂ ਗਿਆ ਰਵੀ, ਤੂੰ ਹੀ ਕੋਈ ਸੋਹਣਾ ਜਿਹਾ ਨਾਂ ਰੱਖ ਦੇ। ਪਾਲਕੀ ਨੇ ਉੱਡਦੇ ਹੋਏ ਕਿਹਾ, ਕੀ ਨਾਂ ਵੀ ਮੈਨੂੰ ਹੀ ਰੱਖਣਾ ਪਵੇਗਾ? ਹੁਣ ਇਹ ਕੰਮ ਤਾਂ ਘਰ ਜਾ ਕੇ ਕਰਾਂਗੇ। ਅਸੀਂ ਇੱਥੇ ਸੈਰ ਕਰਨ ਆਏ ਹਾਂ ਜਾਂ ਨਾਂ ਰੱਖਣ? ਚਲੋ ਅਜੇ ਤਾਂ ਅੱਗੇ ਉੜੋ। ਤਾਂ ਹੋਇਆ ਕਿ ਹੁਣ ਸਾਰਿਆਂ ਤੋਂ ਨਿਗਾਹ ਬਚਾ ਕੇ ਰਵੀ ਜਾ ਕੇ ਆਪਣੀ ਪਾਲਕੀ ਵਿੱਚ ਬੈਠ ਗਿਆ। ਉਹਨੇ ਪਰਦੇ ਗਿਰਾ ਲਏ, ਦਰਵਾਜ਼ੇ ਬੰਦ ਕਰਤੇ ਤੇ ਪਾਲਕੀ ਰਾਣੀ ਨੂੰ ਕਹਿਣ ਲੱਗਾ, ਵੀ ਪਾਲਕੀ ਰਾਣੀ, ਮੈਨੂੰ ਇੱਥੇ ਭੀੜ ਭਾੜ ਦੇ ਵਿੱਚ ਜਮਾ ਚੰਗਾ ਨਹੀਂ ਲੱਗਦਾ। ਲੋਕਾਂ ਵਿੱਚ ਮੈਨੂੰ ਤਾਂ ਤੂੰ ਉਡਾ ਕੇ ਕਿਤੇ ਹੋਰ ਲੈ ਚੱਲ, ਕਿਤੇ ਸ਼ਾਂਤ ਜੀ ਥਾਂ ਤੇ ਸੈਰ ਕਰਾ ਲਿਆ। ਤੇ ਰਵੀ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਤੇ ਪਾਲਕੀ ਵਿੱਚ ਲੰਮਾ ਪੈ ਗਿਆ। ਉਦੋਂ ਹੀ ਇੰਜ ਲੱਗ ਰਿਹਾ ਸੀ ਜਿਵੇਂ ਪਾਲਕੀ ਰਵੀ ਨਾਲ ਗੱਲ ਕਰ ਰਹੀ ਹੋਏ ਤੇ ਉਹਨੂੰ ਪੁੱਛ ਰਹੀ ਹੋਏ, ਵੀ ਕਿੱਥੇ ਜਾਣਾ ਪਸੰਦ ਕਰੇਗਾ ਰਵੀ ਬੇਟਾ? ਤੇ ਰਵੀ ਨੇ ਜਵਾਬ ਦਿੱਤਾ, ਵੀ ਕਿਤੇ ਵੀ ਦੂਰ ਜੰਗਲ ਵਿੱਚ ਲੈ ਚਲੋ, ਜਿੱਥੇ ਸ਼ਾਂਤੀ ਹੋਏ, ਸ਼ੋਰ ਨਾ ਹੋਏ, ਭੀੜ ਨਾ ਹੋਏ, ਚਾਰੇ ਪਾਸੇ ਬਸ ਸ਼ਾਂਤੀ ਹੀ ਸ਼ਾਂਤੀ ਹੋਏ। ਉਸ ਤੋਂ ਬਾਅਦ ਪਾਲਕੀ ਨੇ ਆਪਣੀ ਉਡਾਰੀ ਲਗਾਈ ਤੇ ਰਵੀ ਹੌਲੀ ਤੇ ਨੀ ਝੁੱਕ ਕੇ ਜਦ ਥੱਲੇ ਸ਼ਹਿਰ ਦੇਖ ਰਿਹਾ ਸੀ ਤਾਂ ਉਹਨੂੰ ਬਹੁਤ ਸੁੰਦਰ ਲੱਗ ਰਿਹਾ ਸੀ। ਇੰਨੇ ਵੱਡੇ ਸ਼ਹਿਰ ਨੂੰ ਦੇਖ ਕੇ ਰਵੀ ਨੇ ਵੀ ਪੁੱਛਿਆ, ਵੀ ਇਹ ਸ਼ਹਿਰ ਦਾ ਨਾਂ ਕੀ ਹੈਗਾ? ਤੇ ਪਾਲਕੀ ਰਾਣੀ ਨੇ ਕਿਹਾ, ਵੀ ਪੁੱਤ, ਇਹ ਸੋਹਣੇ ਜਿਹੇ ਸ਼ਹਿਰ ਦਾ ਨਾਂ ਤਾਂ ਕੋਈ ਵੀ ਨਹੀਂ ਹੈ, ਜੇ ਰੱਖਿਆ ਹੀ ਨਹੀਂ ਗਿਆ ਕੋਈ ਵੀ ਨਾਂ। ਤੂੰ ਹੀ ਬੇਸ਼ੱਕ ਕੋਈ ਸੋਹਣਾ ਜਿਹਾ ਨਾਂ ਰੱਖ ਦੇ ਇਸ ਸ਼ਹਿਰ ਦਾ। ਤੇ ਰਵੀ ਕਹਿੰਦਾ, ਲੈ, ਹੁਣ ਅਸੀਂ ਘੁੰਮਣ ਆਏ ਹੈਗੇ ਆ ਇੱਥੇ ਜਾਂ ਸ਼ਹਿਰ ਦਾ ਨਾਂ ਰੱਖਣ ਆਏ ਹੈਗੇ ਆ? ਇਹ ਨਾਂ ਤਾਂ ਮੈਂ ਬਾਅਦ ਚ ਘਰ ਜਾ ਕੇ ਰੱਖਾਂਗਾ। ਅਜੇ ਤਾਂ ਤੁਸੀਂ ਉਡਾਰੀ ਮਾਰੋ, ਅੱਗੇ ਨੂੰ ਤੁਰੋ, ਤਾਂ ਕਿ ਅਸੀਂ ਸ਼ਾਂਤੀ ਵਾਲੀ ਥਾਂ ਵਿੱਚ ਜਾ ਪਹੁੰਚੀਏ। ਅੱਗੇ ਕੀ ਹੁੰਦਾ? ਅਚਾਨਕ ਪਾਲਕੀ ਹੇਠਾਂ ਆਉਣ ਲੱਗੀ। ਉਹ ਇੱਕ ਖੁੱਲੇ ਮੈਦਾਨ ਵਿੱਚ ਜਾ ਕੇ ਰੁਕ ਗਈ। ਰਵੀ ਪਾਲਕੀ ਵਿੱਚ ਪਿਆ ਪਿਆ ਹੀ ਚਾਰੇ ਪਾਸੇ ਪ੍ਰਸੰਨ ਮਨ ਨਾਲ ਦੇਖਣ ਲੱਗਾ। ਤਦੇ ਉਸ ਨੂੰ ਅੰਗਾਰੇ ਦੀ ਤਰ੍ਹਾਂ ਦੇਖਦੀਆਂ ਹੋਈਆਂ ਦੋ ਅੱਖਾਂ ਦਿਖਾਈ ਦਿੱਤੀਆਂ। ਰਵੀ ਡਰ ਨਾਲ ਚੀਕਣਾ ਚਾਹੁੰਦਾ ਸੀ ਕਿ ਪਾਲਕੀ ਨੇ ਮਿੱਠੀ ਸੁਰ ਵਿੱਚ ਕਿਹਾ, ਡਰਨ ਦੀ ਕੋਈ ਗੱਲ ਨਹੀਂ ਹੈ ਬੇਟੇ ਰਵੀ। ਆਪਣੇ ਘਰ ਦੇ ਸ਼ਿਕਾਰੀ ਵਿਸ਼ਵਨਾਥ ਕਾਕਾ ਵੀ ਇੱਥੇ ਆਏ ਹੋਏ ਹਨ। ਉਹ ਇਸ ਚੀਤੇ ਨੂੰ ਡਰਾ ਕੇ ਭਜਾ ਦੇਣਗੇ। ਤਾਂ ਹੋਇਆ ਕਿ ਅਚਾਨਕ ਪਾਲਕੀ ਦੇ ਹੇਠਾਂ ਨੂੰ ਆਉਣਾ ਸ਼ੁਰੂ ਕਰਤਾ। ਪਹਿਲਾਂ ਤਾਂ ਉਹ ਉੱਡ ਰਹੀ ਸੀ, ਫਿਰ ਉਹਨੇ ਹੇਠਾਂ ਆਉਣਾ ਸ਼ੁਰੂ ਕਰਤਾ ਤੇ ਖੁੱਲੇ ਮੈਦਾਨ ਵਿੱਚ ਜਾ ਕੇ ਪਾਲਕੀ ਰੁਕ ਗਈ। ਰਵੀ ਨੇ ਇੱਧਰ ਉੱਧਰ ਝਾਕਿਆ ਚਾਰੇ ਪਾਸੇ ਤੇ ਉਹ ਤਾਂ ਖੁਸ਼ ਹੋ ਗਿਆ। ਜਦ ਉਸਨੇ ਥੋੜੀ ਜੀ ਅੱਗੇ ਨਿਗਾਹ ਮਾਰੀ ਤਾਂ ਉਹਦੀਆਂ ਅੱਖਾਂ, ਉਹ ਤਾਂ ਡਰ ਗਿਆ ਦੇਖ ਕੇ। ਤਾਂ ਉਹ ਚੀਕਣ ਵਾਲਾ ਹੀ ਸੀ ਕਿ ਪਾਲਕੀ ਨੇ ਮਿੱਠੀ ਜਿਹੀ ਆਵਾਜ਼ ਕਿਹਾ, ਵੀ ਰਵੀ ਬੇਟਾ, ਤੂੰ ਘਬਰਾ ਨਾ, ਇਹ ਜਾਨਵਰ ਨੂੰ ਦੇਖ ਕੇ ਬਿਲਕੁਲ ਨਾ ਡਰ। ਇੱਥੇ ਆਪਣੇ ਘਰ ਦੇ ਸ਼ਿਕਾਰੀ ਵਿਸ਼ਵਨਾਥ ਕਾਕਾ ਵੀ ਆਏ ਹੋਏ ਨੇ, ਉਹ ਇਸ ਚੀਤੇ ਨੂੰ ਡਰਾ ਕੇ ਭਜਾ ਦੇਣਗੇ, ਤੂੰ ਬਿਲਕੁਲ ਨਾ ਘਬਰਾ। ਰਵੀ ਦੀ ਜਾਨ ਵਿੱਚ ਜਾਨ ਆਈ। ਹੁਣ ਤਾਂ ਜੰਗਲ ਵਿੱਚ ਠਹਿਰਨਾ ਚੰਗਾ ਨਹੀਂ ਲੱਗ ਰਿਹਾ ਸੀ। ਉਸਨੇ ਪਾਲਕੀ ਨੂੰ ਕਿਹਾ, ਪਾਲਕੀ ਰਾਣੀ, ਚਲੋ ਅਸੀਂ ਸਮੁੰਦਰ ਦੀ ਸੈਰ ਕਰੀਏ।
ਹੁਣ ਰਵੀ ਡਰ ਜਿਹਾ ਗਿਆ ਸੀ ਚੀਤੇ ਨੂੰ ਦੇਖ ਕੇ, ਤੇ ਜਿੱਥੇ ਪਾਲਕੀ ਰੁਕੀ ਸੀ ਉਹ ਸੀ ਜੰਗਲ। ਤੇ ਹੁਣ ਉਹਨੂੰ ਬਿਲਕੁਲ ਵਧੀਆ ਨਹੀਂ ਲੱਗ ਰਿਹਾ ਸੀ, ਕਿਉਂਕਿ ਉਹਨੂੰ ਡਰ ਜਿਹਾ ਬੈਠ ਗਿਆ ਸੀ ਚੀਤੇ ਨੂੰ ਦੇਖ ਕੇ। ਤੇ ਉਹਨੇ ਪਾਲਕੀ ਰਾਣੀ ਨੂੰ ਕਿਹਾ ਵੀ ਪਾਲਕੀ ਰਾਣੀ ਇੱਥੋਂ ਚੱਲੋ, ਅਸੀਂ ਹੁਣ ਸਮੁੰਦਰ ਦੀ ਸੈਰ ਕਰੀਏ। ਪਾਲਕੀ ਤੁਰੰਤ ਹੀ ਉੱਡਣ ਲੱਗੀ। ਉਹ ਕੰਢੇ ਤੋਂ ਬਹੁਤ ਦੂਰ ਸਮੁੰਦਰ ਦੇ ਵਿੱਚ ਉੜਦੀਆਂ ਹੋਈਆਂ ਲਹਿਰਾਂ ਤੇ ਜਾ ਰੁਕੀ। ਉਹ ਲਹਿਰਾਂ ਤੇ ਕਿਸ਼ਤੀ ਦੀ ਤਰ੍ਹਾਂ ਖਿਰਕ ਖਿਰਕ ਕੇ ਨੱਚਣ ਲੱਗੀ। ਰਵੀ ਨੂੰ ਇਸ ਵਿੱਚ ਬੜਾ ਮਜ਼ਾ ਆਇਆ, ਪਰ ਛੇਤੀ ਹੀ ਉਸ ਨੂੰ ਲੱਗਾ ਕਿ ਸਮੁੰਦਰ ਦਾ ਪਾਣੀ ਖੌਰੂ ਪਾ ਰਿਹਾ ਸੀ। ਕਿਸ਼ਤੀ ਬਣੀ ਪਾਲਕੀ ਵਿੱਚ ਕਾਫੀ ਸਾਰਾ ਪਾਣੀ ਭਰ ਗਿਆ ਸੀ ਅਤੇ ਉਹ ਜ਼ੋਰ-ਜ਼ੋਰ ਨਾਲ ਡੋਲਣ ਲੱਗੀ। ਤਾਂ ਹੁਣ ਉਹ ਸਮੁੰਦਰ ਕਿਨਾਰੇ ਪਹੁੰਚ ਗਏ ਸੀ, ਤੇ ਜਿਵੇਂ ਕਿਸ਼ਤੀ ਲਹਿਰਾਂ ਤੇ ਚੱਲ ਰਹੀ ਹੁੰਦੀ ਹੈ, ਪਾਲਕੀ ਵੀ ਉਸੇ ਤਰ੍ਹਾਂ ਖਿਰ ਖਿਰ ਕੇ ਨੱਚਦੀ ਪਈ ਸੀ ਲਹਿਰਾਂ ਉੱਤੇ। ਤੇ ਰਵੀ ਨੂੰ ਬੜਾ ਹੀ ਮਜ਼ਾ ਆ ਰਿਹਾ ਸੀ। ਪਰ ਥੋੜੀ ਦੇਰ ਬਾਅਦ ਛੇਤੀ ਦੇਣੀ ਰਵੀ ਨੂੰ ਲੱਗ ਗਿਆ ਪਤਾ ਵੀ ਸਮੁੰਦਰ ਵਿੱਚ ਪਾਣੀ ਖੌਰੂ ਪਾ ਰਿਹਾ ਹੈ, ਪਾਣੀ ਵੱਧ ਰਿਹਾ ਹੈ, ਸ਼ੋਰ ਮਚਾ ਰਿਹਾ ਹੈ, ਤੇ ਕਿਸ਼ਤੀ ਬਣੀ ਪਾਲਕੀ ਵਿੱਚ ਵੀ ਕਾਫੀ ਸਾਰਾ ਪਾਣੀ ਭਰ ਗਿਆ ਹੈ, ਤੇ ਉਹ ਜੋਰ-ਜੋਰ ਨਾਲ ਹੁਣ ਹਿਲ ਰਹੀ ਹੈ, ਡੋਲਣ ਲੱਗ ਪਈ। ਰਵੀ ਡਰ ਗਿਆ। ਉਹ ਆਪਣੇ ਨਿੱਕੇ-ਨਿੱਕੇ ਹੱਥਾਂ ਨਾਲ ਪਾਣੀ ਬਾਹਰ ਕੱਢਣ ਲੱਗਾ, ਪਰ ਪਾਣੀ ਖਤਮ ਨਹੀਂ ਹੋ ਰਿਹਾ ਸੀ। ਤਦੇ ਉਸ ਦੇ ਕੰਨੀ ਪਾਲਕੀ ਦੀ ਆਵਾਜ਼ ਪਈ, ਤੂੰ ਕਿਉਂ ਪਰੇਸ਼ਾਨ ਹੋ ਰਿਹਾ ਹੈ ਰਵੀ ਬੇਟਾ? ਆਪਣਾ ਮਲਾਹ ਅਬਦੁਲ ਜਦ ਸਾਡੇ ਨਾਲ ਹੈ ਤਾਂ ਸਾਡੀ ਕਿਸ਼ਤੀ ਕਿਵੇਂ ਡੁੱਬ ਸਕਦੀ ਹੈ? ਉਸੇ ਸਮੇਂ ਹੱਥ ਜੋੜੀ ਅਬਦੁਲ ਦਿਖਾਈ ਦਿੱਤਾ। ਉਸਨੇ ਰਵੀ ਨੂੰ ਆਪਣੀ ਗੋਦ ਵਿੱਚ ਚੁੱਕ ਲਿਆ ਅਤੇ ਬੋਲਿਆ, ਰਵੀ ਦੇਖ ਸਮੁੰਦਰ ਕਿੰਨਾ ਸ਼ਾਂਤ ਅਤੇ ਸੁੰਦਰ ਲੱਗ ਰਿਹਾ ਹੈ। ਬੋਲ ਹੁਣ ਮੈਂ ਤੈਨੂੰ ਕਿਹੜੀ ਕਹਾਣੀ ਸੁਣਾਵਾਂ? ਉਹੀ ਕਹਾਣੀ ਜਦ ਤੁਸੀਂ ਆਪਣੀ ਛੋਟੀ ਜਿਹੀ ਕਿਸ਼ਤੀ ਵਿੱਚ ਬੈਠ ਕੇ ਮੱਛੀਆਂ ਫੜਨ ਗਏ ਸੀ, ਰਵੀ ਨੇ ਕਿਹਾ। ਤਾਂ ਜਦ ਰਵੀ ਡਰ ਗਿਆ ਵੀ ਉਹਦੀ ਕਿਸ਼ਤੀ ਹੁਣ ਡੁੱਬਣ ਵਾਲੀ ਹੈ, ਤਾਂ ਪਾਲਕੀ ਰਾਣੀ ਨੇ ਉਹਨੂੰ ਕਿਹਾ, ਪੁੱਤ ਤੂੰ ਨਿੱਕੇ ਨਿੱਕੇ ਆਪਣੇ ਹੱਥਾਂ ਨਾਲ ਪਾਣੀ ਕਿਉਂ ਬਾਹਰ ਕੱਢੀ ਜਾ ਰਿਹਾ ਹੈ? ਤੂੰ ਘਬਰਾ ਨਾ, ਪਰੇਸ਼ਾਨ ਨਾ ਹੋ, ਆਪਣੇ ਨਾਲ ਹੈਗੇ ਨੇ ਅਬਦੁਲ ਕਾਕਾ ਜੋ ਪਾਣੀ ਬਾਹਰ ਕੱਢ ਦੇਣਗੇ, ਅਸੀਂ ਕਿਤੇ ਨਹੀਂ ਡੁੱਬਣ ਲੱਗੇ। ਤਾਂ ਇੰਨੀ ਦੇਰ ਨੂੰ ਜਦ ਅਬਦੁਲ ਦੀ ਨਿਗਾਹ ਪਈ ਤਾਂ ਉਸੇ ਸਮੇਂ ਉਹਨੇ ਦੇਖਿਆ ਵੀ ਅਬਦੁਲ ਹੱਥ ਜੋੜੀ ਖੜੇ ਸੀ ਤੇ ਉਹਨੂੰ ਪੁੱਛ ਰਹੇ ਸੀ ਵੀ ਦੱਸ ਪੁੱਤ, ਮੈਂ ਤੈਨੂੰ ਗੋਦੀ ਚੁੱਕ ਲੈਣਾ, ਹੁਣ ਤੂੰ ਦੱਸ ਤੂੰ ਕਿਹੜੀ ਕਹਾਣੀ ਸੁਣਨਾ ਪਸੰਦ ਕਰੇਗਾ? ਆ ਦੇਖ ਲਹਿਰਾਂ ਤਾਂ ਸ਼ਾਂਤ ਹੋ ਗਈਆਂ। ਤੇ ਰਵੀ ਨੇ ਜਵਾਬ ਦਿੱਤਾ ਵੀ ਮੈਂ ਉਹੀ ਕਹਾਣੀ ਸੁਣਨੀ ਪਸੰਦ ਕਰਾਂਗਾ, ਮੈਨੂੰ ਉਹੀ ਵਧੀਆ ਲੱਗੇਗੀ ਜਦ ਤੁਸੀਂ ਛੋਟੀ ਜਿਹੀ ਕਿਸ਼ਤੀ ਵਿੱਚ ਬੈਠ ਕੇ ਮੱਛੀਆਂ ਫੜਨ ਗਏ ਸੀ ਤਾਂ ਕੀ ਹੋਇਆ ਸੀ? ਅੱਛਾ, ਉਹੀ ਕਹਾਣੀ ਸੁਣ। ਅਬਦੁਲ ਨੇ ਕਿਸ਼ਤੀ ਚਲਾਉਂਦੇ ਹੋਏ ਕਿਹਾ, ਇੱਕ ਦਿਨ ਮੈਂ ਮੱਛੀਆਂ ਫੜਨ ਗਿਆ ਤਾਂ ਅਚਾਨਕ ਸਮੁੰਦਰ ਵਿੱਚ ਬੜੇ ਜ਼ੋਰ ਦਾ ਤੂਫਾਨ ਉੱਠ ਆਇਆ। ਮੈਂ ਕਿਸ਼ਤੀ ਖਿੱਚਣ ਵਾਲੀ ਰੱਸੀ ਨੂੰ ਦੰਦਾਂ ਨਾਲ ਖਿੱਚਦਾ ਹੋਇਆ ਕਿਸ਼ਤੀ ਕੰਢੇ ਤੱਕ ਲੈ ਆਇਆ। ਜਿਉਂ ਹੀ ਮੈਂ ਕੰਢੇ ਤੇ ਆਇਆ ਤਾਂ ਇੱਕ ਚੀਤੇ ਨੇ ਮੇਰੇ ਤੇ ਹਮਲਾ ਕਰ ਦਿੱਤਾ। ਰਵੀ ਦੀਆਂ ਅੱਖਾਂ ਵਿੱਚ ਡਰ ਦੇਖ ਕੇ ਅਬਦੁਲ ਬੋਲਿਆ, ਦੇਖ ਰਵੀ, ਮੈਂ ਇੰਨਾ ਵੱਡਾ ਹਾਂ, ਭਲਾ ਚੀਤੇ ਦੇ ਢਿੱਡ ਵਿੱਚ ਕਿਵੇਂ ਸਮਾਉਂਦਾ? ਜਿਉਂ ਹੀ ਉਹ ਮੇਰੇ ਕੋਲ ਆਇਆ, ਮੈਂ ਕਿਸ਼ਤੀ ਖਿੱਚਣ ਵਾਲੀ ਰੱਸੀ ਦਾ ਫੰਦਾ ਪਾ ਕੇ ਚੀਤੇ ਦਾ ਗਲਾ ਫੜ ਲਿਆ। ਉਸ ਚੀਤੇ ਨੇ ਬਹੁਤ ਸਾਰੇ ਆਦਮੀ ਖਾਦੇ ਹੋਣਗੇ, ਪਰ ਅਬਦੁਲ ਨਾਲ ਵਾਹ ਉਸੇ ਦਿਨ ਪਿਆ ਸੀ। ਮੈਂ ਤਾਂ ਚੀਤੇ ਦੇ ਮੋਢਿਆਂ ਤੇ ਚੱਪੂ ਰੱਖ ਦਿੱਤਾ ਤੇ ਆਪਣੀ ਕਿਸ਼ਤੀ ਪਾਣੀ ਵਿੱਚ 40 ਮੀਲ ਤੱਕ ਉਸ ਕੋਲੋਂ ਖਿਚਵਾਈ। ਹੁਣ ਅੱਗੇ ਕੀ ਹੋਇਆ ਇਹ ਨਾ ਪੁੱਛਣਾ ਰਵੀ। ਕੀ ਉਸ ਚੀਤੇ ਨੇ ਤੁਹਾਨੂੰ ਖਾ ਲਿਆ ਸੀ ਅਬਦੁਲ ਚਾਚਾ? ਰਵੀ ਦੀਆਂ ਅੱਖਾਂ ਡਰ ਨਾਲ ਸੁੰਗੜ ਗਈਆਂ ਸਨ। ਨਹੀਂ ਰਵੀ, ਉਹ ਚੀਤਾ ਮੈਨੂੰ ਕਿਵੇਂ ਖਾ ਸਕਦਾ ਸੀ? ਉਹ ਤਾਂ ਦੂਸਰੀ ਹੀ ਗੱਲ ਸੀ। ਤਾਂ ਫੇਰ ਦੱਸੋ ਨਾ ਕੀ ਗੱਲ ਸੀ? ਰਵੀ ਨੇ ਮਚਲ ਕੇ ਪੁੱਛਿਆ। ਤਾਂ ਆਪਾਂ ਇੱਥੋਂ ਸ਼ੁਰੂ ਕਰਾਂਗੇ। ਪਹਿਲਾਂ ਮੈਂ ਸਮਝਾ ਦਿੰਦੀ ਹਾਂ ਵੀ ਹੁਣ
ਉਹਨੂੰ ਜਦ ਕਹਾਣੀ ਸੁਣਾਉਣ ਲੱਗੇ ਅਬਦੁਲ ਚਾਚਾ ਤੇ ਉਹਨੇ ਕਿਹਾ, ਅਬਦੁਲ ਚਾਚਾ ਨੇ ਵੀ ਇੱਕ ਵਾਰ ਦੀ ਗੱਲ ਹੈ, ਮੈਂ ਕਿਸ਼ਤੀ ਚਲਾਉਂਦਿਆਂ ਚਲਾਉਂਦਿਆਂ ਅੱਗੇ ਤੱਕ ਤੁਰ ਗਿਆ ਮੱਛੀਆਂ ਫੜਨ ਲਈ ਤੇ ਅਚਾਨਕ ਸਮੁੰਦਰ ਵਿੱਚ ਬੜੇ ਜ਼ੋਰ ਦੀ ਤੂਫਾਨ ਉੱਠਿਆ ਤੇ ਮੈਂ ਕਿਸ਼ਤੀ ਖਿੱਚਣ ਵਾਲੀ ਰੱਸੀ ਨੂੰ ਦੰਦਾਂ ਵਿੱਚ ਪਾ ਕੇ ਉਹਨੂੰ ਖਿੱਚਦਾ ਖਿੱਚਦਾ ਕੰਢੇ ਤੱਕ ਲੈ ਆਇਆ, ਯਾਨੀ ਕਿ ਕੋਨੇ ਤੱਕ ਲੈ ਆਇਆ ਜਿੱਥੇ ਧਰਤੀ ਦਿਸਦੀ ਹੈ। ਤੇ ਆਂਦਿਆਂ ਹੀ ਮੈਨੂੰ ਉੱਥੇ ਕੰਢੇ ਤੇ ਇੱਕ ਚੀਤਾ ਮਿਲ ਗਿਆ, ਜਿਵੇਂ ਮੰਨੋ ਮੇਰੀ ਪ੍ਰਤੀਕਸ਼ਾ ਕਰ ਰਿਹਾ ਹੋਏ, ਮੇਰੀ ਉਡੀਕ ਕਰ ਰਿਹਾ ਹੋਏ। ਰਵੀ ਦੀਆਂ ਅੱਖਾਂ ਡਰਨ ਵਾਲੀਆਂ ਸੀ, ਉਹ ਦੇਖ ਕੇ ਇੱਕਦਮ ਸੁਣ ਕੇ ਡਰ ਗਿਆ ਤੇ ਅੱਗੋਂ ਉਹਨਾਂ ਨੇ ਦੱਸਿਆ ਵੀ ਪੁੱਤ ਤੈਨੂੰ ਲੱਗਦਾ ਹੈ ਵੀ ਚੀਤੇ ਦੇ ਢਿੱਡ ਵਿੱਚ ਮੈਂ ਸਮਾ ਪਾਵਾਂਗਾ। ਜਿਉਂ ਹੀ ਉਹ ਚੀਤਾ ਮੇਰੇ ਕੋਲ ਆਇਆ, ਮੈਂ ਕਿਸ਼ਤੀ ਖਿੱਚਣ ਵਾਲੀ ਰੱਸੀ ਦਾ ਫੰਦਾ ਬਣਾ ਕੇ ਫਟਾਫਟ ਚੀਤੇ ਦੇ ਗਲ ਵਿੱਚ ਪਾ ਦਿੱਤਾ ਤੇ ਹੁਣ ਚੀਤੇ ਦੇ ਮੋਢੇ ਤੇ ਮੈਂ ਕਿਸ਼ਤੀ ਦਾ ਜਿਹੜਾ ਚੱਪੂ ਸੀ ਉਹ ਰੱਖ ਕੇ ਕਿਸ਼ਤੀ ਪਾਣੀ ਵਿੱਚ 40 ਮੀਲ ਤੱਕ ਚਲਾਈ ਤੇ ਇੰਜ ਜਾਪ ਰਿਹਾ ਸੀ ਜਿਵੇਂ ਇਸ ਚੀਤੇ ਨੇ ਕਾਫੀ ਆਦਮੀ ਖਾਦੇ ਹੋਣ, ਪਰ ਉਹਦਾ ਵਾਹ ਮੇਰੇ ਨਾਲ ਤਾਂ ਕਦੀ ਪਿਆ ਹੀ ਨਹੀਂ ਸੀ। ਤਾਂ ਰਵੀ ਨੇ ਪੁੱਛਿਆ ਵੀ ਤੁਹਾਨੂੰ ਚੀਤੇ ਨੇ ਖਾ ਲਿਆ ਅਬਦੁਲ ਚਾਚਾ? ਤਾਂ ਅਬਦੁਲ ਚਾਚਾ ਕਹਿੰਦੇ ਨਹੀਂ ਨਹੀਂ, ਇਹ ਤਾਂ ਦੂਜੀ ਗੱਲ ਹੈ, ਪਹਿਲਾਂ ਪੂਰੀ ਗੱਲ ਤਾਂ ਸੁਣ ਲੈ। ਤਾਂ ਐਨੇ ਨੂੰ ਰਵੀ ਮਚਲ ਗਿਆ ਤੇ ਉਹਨੇ ਪੁੱਛਿਆ ਹਾਂ ਹਾਂ ਦੱਸੋ ਅੱਗੇ ਕੀ ਹੋਇਆ? ਹੋਇਆ ਇਹ ਕਿ ਉਹ ਚੀਤਾ ਪਾਣੀ ਵਿੱਚ ਗੋਤਾ ਖਾ ਗਿਆ। ਮੇਰੀ ਕਹਾਣੀ ਵੀ ਉਸੇ ਨਾਲ ਹੀ ਸਮੁੰਦਰ ਦੇ ਥੱਲੇ ਚਲੀ ਗਈ। ਹੁਣ ਉਹਨੂੰ ਕੱਢਣ ਵਿੱਚ ਕੁਝ ਸਮਾਂ ਤਾਂ ਲੱਗੇਗਾ ਹੀ ਨਾ। ਅਬਦੁਲ ਨੇ ਸਮਝਾਇਆ, ਪਰ ਰਵੀ ਨੇ ਕਹਾਣੀ ਸੁਣਨ ਦਾ ਹੱਥ ਨਹੀਂ ਛੱਡਿਆ। ਤਦ ਅਬਦੁਲ ਕਹਾਣੀ ਲੱਭਣ ਸਮੁੰਦਰ ਵਿੱਚ ਕੂਦ ਪਿਆ। ਅਬਦੁਲ ਨੇ ਜਾਂਦੇ ਹੀ ਸਮੁੰਦਰ ਫੇਰ ਰੌਲਾ ਪਾਉਣ ਲੱਗਾ। ਵੱਡੀਆਂ ਵੱਡੀਆਂ ਲਹਿਰਾਂ ਪਾਲਕੀ ਨੂੰ ਉਛਾਲਣ ਲੱਗੀਆਂ। ਹੁਣ ਰਵੀ ਤਾਂ ਜਿੱਦ ਫੜ ਕੇ ਬੈਠ ਗਿਆ ਸੀ ਵੀ ਤੁਸੀਂ ਮੈਨੂੰ ਪੂਰੀ ਕਹਾਣੀ ਦੱਸੋ। ਤੇ ਅਬਦੁਲ ਚਾਚਾ ਕਹਿੰਦੇ ਵੀ ਜਦ ਮੈਂ ਉਹਨੂੰ ਲੈ ਕੇ ਸਮੁੰਦਰ ਵਿੱਚ ਗਿਆ ਚੀਤੇ ਨੂੰ, ਚੀਤਾ ਤਾਂ ਸਮੁੰਦਰ ਵਿੱਚ ਹੀ ਚਲਾ ਗਿਆ। ਹੁਣ ਕਹਾਣੀ ਪੂਰੀ ਕਰਨ ਲਈ ਮੈਨੂੰ ਕਿੱਥੇ ਜਾਣਾ ਪਏਗਾ? ਸਮੁੰਦਰ ਵਿੱਚੋਂ ਜਾ ਕੇ ਉਹਨੂੰ ਲੱਭਣਾ ਪਏਗਾ। ਪਰ ਰਵੀ ਤਾਂ ਮੰਨਣ ਨੂੰ ਤਿਆਰ ਹੀ ਨਹੀਂ ਸੀ ਤੇ ਅਬਦੁਲ ਚਾਚਾ ਨੇ ਹੁਣ ਡੁਬਕੀ ਮਾਰੀ ਤੇ ਉਹ ਸਮੁੰਦਰ ਵਿੱਚ ਚਲੇ ਗਏ। ਕਿਹਨੂੰ ਲੱਭਣ? ਚੀਤੇ ਨੂੰ ਲੱਭਣ ਲਈ, ਤਾਂ ਕਿ ਕਹਾਣੀ ਅੱਗੇ ਜਾ ਸਕੇ। ਤੇ ਇੰਨੀ ਦੇਰ ਨੂੰ ਜਦ ਉਹ ਕਹਾਣੀ ਲੱਭਣ ਲਈ ਸਮੁੰਦਰ ਵਿੱਚ ਕੁੱਦ ਪਏ, ਸਮੁੰਦਰ ਦੀਆਂ ਲਹਿਰਾਂ ਫੇਰ ਤੇਜ਼ ਹੋ ਗਈਆਂ, ਵੱਡੀਆਂ ਵੱਡੀਆਂ ਲਹਿਰਾਂ ਆ ਗਈਆਂ ਤੇ ਪਾਲਕੀ ਇੱਧਰ ਉੱਧਰ ਹੋਣ ਲੱਗੀ ਤੇ ਲਹਿਰਾਂ ਵੀ ਉਹਨੂੰ ਉਛਾਲਣ ਲੱਗ ਪਈਆਂ। ਪਾਲਕੀ ਬੁਰੀ ਤਰ੍ਹਾਂ ਨਾਲ ਡਗਮਗਾਉਣ ਲੱਗੀ। ਰਵੀ ਡਰ ਨਾਲ ਚੀਕਾਂ ਮਾਰਨ ਲੱਗਾ। ਤਦੇ ਉਸਨੇ ਆਪਣੇ ਪਿਤਾ ਜੀ ਦਾ ਘਬਰਾਇਆ ਹੋਇਆ ਬੋਲ ਸੁਣਿਆ, ਰਵੀ ਬੇਟਾ ਕੀ ਹੋਇਆ? ਇਸ ਬੰਦ ਪਾਲਕੀ ਵਿੱਚ ਤੂੰ ਕੀ ਕਰ ਰਿਹਾ ਹੈ? ਉਸ ਵਕਤ ਰਵੀ ਪਾਲਕੀ ਚੋਂ ਬਾਹਰ ਨਿਕਲ ਆਇਆ, ਪਰ ਉਸਨੇ ਜਾਦੂ ਦੀ ਪਾਲਕੀ ਵਿੱਚ ਸੋਨਾ ਅਤੇ ਤਰ੍ਹਾਂ ਤਰ੍ਹਾਂ ਦੀਆਂ ਕਲਪਨਾਵਾਂ ਕਰਨਾ ਨਹੀਂ ਛੱਡਿਆ। ਤਾਂ ਇੰਨੇ ਨੂੰ ਜਦ ਜ਼ੋਰ ਜ਼ੋਰ ਦੇ ਪਾਣੀ ਦੀ ਛਲਾਪ ਆ ਰਹੀ ਸੀ ਤੇ ਪਾਲਕੀ ਇੱਧਰ ਉੱਧਰ ਹੋ ਰਹੀ ਸੀ, ਰਵੀ ਨੇ ਚੀਕਾਂ ਮਾਰਨੀਆਂ ਸ਼ੁਰੂ ਕਰਤੀਆਂ ਤੇ ਜਦ ਉਹਨੇ ਅੱਖਾਂ ਖੋਲੀਆਂ ਤੇ ਸਾਹਮਣੇ ਉਹਦੇ ਪਿਤਾ ਜੀ ਘਬਰਾਏ ਹੋਏ ਖੜੇ ਸਨ ਤੇ ਉਹਨੂੰ ਕਹਿੰਦੇ ਵੀ ਪੁੱਤ ਤੂੰ ਇਹ ਬੰਦ ਪਾਲਕੀ ਵਿੱਚ ਕੀ ਕਰ ਰਿਹਾ? ਉਸ ਵੇਲੇ ਤਾਂ ਉਹ ਚੁੱਪਚਾਪ ਪਾਲਕੀ ਚੋਂ ਬਾਹਰ ਨਿਕਲ ਆਇਆ, ਪਰ ਫੇਰ ਵੀ ਉਹ ਜਦ ਵੀ ਮੌਕਾ ਮਿਲਦਾ ਪਾਲਕੀ ਵਿੱਚ ਵਾਪਸ ਚਲਾ ਜਾਂਦਾ ਤੇ ਇਹ ਸਾਰੀਆਂ ਕਲਪਨਾਵਾਂ ਕਰਦਾ। ਇਸ ਕਥਾ ਦਾ ਬਾਲਕ ਵੱਡਾ ਹੋ ਕੇ ਵਿਸ਼ਵ ਕਵੀ ਰਵਿੰਦਰਨਾਥ ਟੈਗੋਰ ਦੇ ਨਾਂ ਨਾਲ ਪ੍ਰਸਿੱਧ ਹੋਇਆ। ਜੀ ਹਾਂ, ਇਹ ਆਪਾਂ ਗੱਲ ਕੀਤੀ ਸੀ ਰਵਿੰਦਰਨਾਥ ਟੈਗੋਰ ਦੀ। ਬਚਪਨ ਵਿੱਚ ਕੀਤੀਆਂ ਕਲਪਨਾਵਾਂ ਨੂੰ ਉਹਨਾਂ ਨੇ ਸੁੰਦਰ ਰੂਪ ਵਿੱਚ ਸਜਾ ਕੇ ਦੁਨੀਆ ਦੇ ਸਾਹਮਣੇ ਰੱਖਿਆ। ਆਪਣੀ ਉਸ ਪੁਰਾਣੀ ਪਾਲਕੀ ਨੂੰ ਉਹ ਜਾਦੂ ਦੀ ਪਾਲਕੀ ਕਿਹਾ ਕਰਦੇ ਸਨ ਅਤੇ ਵੱਡੇ ਹੋਣ ਜਾਣ ਤੇ ਵੀ ਉਹ ਉਸ ਵਿੱਚ ਲੰਬਿਆਂ ਪੈਣ ਦਾ ਮੋਹ ਨਹੀਂ ਛੱਡ ਸਕੇ ਸਨ। ਤਾਂ ਇਹ ਜਾਦੂ ਦੀ ਪਾਲਕੀ ਦਾ ਆਨੰਦ ਉਹਨਾਂ ਨੇ ਵੱਡੇ ਹੋ ਕੇ ਵੀ ਲਿਆ ਤੇ ਜਿਹੜੀਆਂ ਕਲਪਨਾਵਾਂ ਛੋਟੇ ਹੁੰਦਿਆਂ ਪਾਲਕੀ ਵਿੱਚ ਬੈਠ ਕੇ ਕਰਦੇ ਸਨ, ਉਹਨਾਂ ਨੇ ਲੇਖ ਲਿਖਣੇ ਸ਼ੁਰੂ ਕਰਤੇ ਤੇ ਕਵਿਤਾਵਾਂ ਵੀ ਬਹੁਤ ਵਧੀਆ ਵਧੀਆ ਲਿਖੀਆਂ।
ठीक है ना वधिया गल कल्पनावां बारे। औखे शब्दां दे अर्थ पालकी, डोली, एकांत जिथे होर कोई ना होवे, नवेकला दहकदियां अंगियारियां वांग पकदियां, मगदियां, खौरू शोर रौला, मचल के चामल के, मस्त के, कल्पनावां, फुरने या फिर मिठियां गल्लां। आगे है बच्चों पाठ अभ्यास। पहला प्रश्न है खाली स्थान भरो। पहला प्रश्न है डैश विच रवि ना दा 5 साल दा बालक सी। बंगाल। दूजा उसका रंग डैश पै चुका सी, फिक्का पै चुका सी। तीजा रवि डर नाल डैश आउंदा सी, डर नाल चीकना चाहुंदा सी। चौथा पानी बहुत डैश पा रहा सी, पानी बहुत खौरू पा रहा सी। पंजवा पालकी बुरी तरह डगमगाउन लगी। दूजा प्रश्न है एक दो शब्दां विच उत्तर दियो। ऊड़ा रवि किस प्रांत दा वसनीक सी, निवासी सी, ओ सी बंगाल दा। एड़ा रवि किस चीज नू प्यार करदा सी, वो प्यार करदा सी बहुत ज्यादा पुरानी पालकी नू। ईड़ी रवि किस चीज विच बह के सैर करन गया, ओहो पालकी विच बह के सैर करन गया। ससा अंगारे दी तरह दहकदियां दो अखां किस दियां सन, ओ दो अखां सन चीते दियां। जिन्नू देख के रवि डर गया सी। हाहा रवि पालकी विच सचमुच उड्डिया सी कि कल्पना विच? कल्पना विच। आगे चलते हैं। तीजा प्रश्न है हेठ लिखे प्रश्न दे उत्तर दियो। ऊड़ा है रवि दे घर पुरानी पालकी दी की हालत सी। ਇਹਦਾ ਉੱਤਰ ਲਿਖਾਂਗੇ ਉਸਦਾ ਰੰਗ ਫਿੱਕਾ ਪੈ ਚੁੱਕਿਆ ਸੀ ਅਤੇ ਉਹ ਇੱਕ ਬਰਾਂਡੇ ਦੇ ਖੁੰਝੇ ਫਾਲਤੂ ਪਈ ਸੀ। आओ लिखिए ऊड़ा उसका रंग फिक्का पै चुकिया सी ਅਤੇ ਉਹ ਬਰਾਂਡੇ ਦੇ ਇੱਕ ਖੁੰਝੇ फालतू ही पई सी। दूजा प्रश्न एड़ा रवि दे घर त्योहार दी तैयारी होण समय रवि किथे सी? ओहो पालकी विच सी। ईड़ी रवि पालकी विच बह के किथे जाना चाहुंदा सी? ओहो दूर सैर करन जाना चाहुंदा सी। ते आपां लिख दिंदे आ ईड़ी दूर सैर करन जाना चाहुंदा सी। ससा खुले मैदान विच जाके पालकी विच बैठा रवि किस तो डर गया सी? अंगारे दी तरह दहकदियां होइयां दो अखां देख के वो डर गया सी जो कि सी चीते दियां अखां। अंगारे दी
ਤਰ੍ਹਾਂ ਦੇਖਦੀਆਂ ਹੋਈਆਂ ਚੀਤੇ ਦੀਆਂ ਦੋ ਅੱਖਾਂ ਦੇਖ ਕੇ ਡਰ ਗਿਆ ਸੀ। ਅੱਗੇ ਹੈ ਹਾਹਾ ਰਵੀ ਕਲਪਨਾ ਵਿੱਚ ਕਿੱਥੇ ਕਿੱਥੇ ਸੈਰ ਕਰਕੇ ਆਇਆ। ਉਹ ਗਿਆ ਸੀ मैदान सब तो पहला, फिर जंगल अते समुद्र दी सैर करके आया। अगे है चौथा प्रश्न, ਹੇਠਾਂ ਗੁਰਮੁਖੀ ਅਤੇ ਦੇਵਨਾਗਰੀ ਵਿੱਚ ਲਿਖੇ ਸ਼ਬਦ ਜੋੜਾਂ ਦੇ ਅੰਤਰ ਨੂੰ ਸਮਝੋ ਤੇ ਗੁਰਮੁਖੀ ਵਿੱਚ ਲਿਖੇ ਸ਼ਬਦਾਂ ਨੂੰ ਲਿਖਣ ਦਾ ਅਭਿਆਸ ਕਰੋ। ਇੱਥੇ ਹੈਗਾ ਫਿੱਕਾ ਫੀਕਾ, ਮੱਛੀਆਂ ਮਛਲੀਆਂ, ਡੁੱਬ ਡੂਬ, ਦੰਦਾ ਦਾਂਤੋਂ, ਲਹਿਰਾਂ ਲਹਿਰੇ, ਸਾਹਮਣੇ ਸਾਹਮਣੇ। ਪੰਜਵਾਂ ਪ੍ਰਸ਼ਨ, ਹੇਠਾਂ ਇੱਕ ਹੀ ਅਰਥ ਲਈ ਪੰਜਾਬੀ ਅਤੇ ਹਿੰਦੀ ਵਿੱਚ ਭਿੰਨ-ਭਿੰਨ ਸ਼ਬਦ ਹਨ। ਇਹਨਾਂ ਨੂੰ ਧਿਆਨ ਨਾਲ ਪੜ੍ਹੋ ਅਤੇ ਗੁਰਮੁਖੀ ਵਿੱਚ ਲਿਖੇ ਸ਼ਬਦਾਂ ਨੂੰ ਲਿਖਣ ਦਾ ਅਭਿਆਸ ਕਰੋ। ਮੈਨੂੰ ਮੁਝੇ, ਢਿੱਡ ਪੇਟ, ਇੱਥੇ ਯਹਾਂ, ਕਿਵੇਂ ਕੈਸੇ, ਖੌਰੂ ਸ਼ੋਰ, ਹੁਣ ਅਬ, ਕੰਢੇ ਕਿਨਾਰੇ, ਥੱਲੇ ਨੀਚੇ। ਤੁਸੀਂ ਕਲਪਨਾ ਵਿੱਚ ਕਿੱਥੇ ਜਾਣਾ ਪਸੰਦ ਕਰੋਗੇ? ਲਿਖ ਕੇ ਵਰਣਨ ਕਰੋ। ਮੈਂ ਕਿਹੋ ਜਿਹੀ ਥਾਂ ਜਾਣਾ ਚਾਹੁੰਦੀ ਹਾਂ, ਆਓ ਮੈਂ ਦੱਸਾਂ ਤੁਹਾਨੂੰ। ਜਿੱਥੇ ਬੱਚੇ ਪਾਣੀ ਵਿੱਚ ਆਨੰਦ ਲੈ ਰਹੇ ਹੋਣ ਤੇ ਨਾਲ ਦੀ ਨਾਲ ਇੱਕ ਦੂਜੇ ਉੱਤੇ ਪਾਣੀ ਸਿੱਟ ਰਹੇ ਹੋਣ, ਖੇਡ ਰਹੇ ਹੋਣ, ਤੇ ਆਪਣੇ ਕੱਪੜੇ ਗਿੱਲੇ ਹੋਣ ਦੀ ਚਿੰਤਾ ਨਹੀਂ ਕਰ ਰਹੇ ਹੋਣ। ਆਪਣੇ ਕੱਪੜੇ ਗਿੱਲੇ ਹੋਣ ਦੀ ਚਿੰਤਾ ਨਹੀਂ ਕਰ ਰਹੇ ਹੋਣ, ਵੀ ਡਾਂਟ ਪਏਗੀ। ਉਹ ਇੱਕ ਦੂਜੇ ਨੂੰ ਹਲਕੀ ਹਲਕੀ ਜਿਹੜੀ ਧੁੱਪ ਹੈਗੀ ਹੈ ਉਸ ਵਿੱਚ ਤੱਕਣ ਅਤੇ ਖਿੱਚਣ ਵਿੱਚ ਖੁਸ਼ ਹੋਣ। ਕੋਈ ਡਰ ਨਹੀਂ ਵੀ ਆਪਾਂ ਧੁੱਪ ਵਿੱਚ ਖੇਲ ਰਹੇ ਹੈਗੇ ਆ। ਫੁੱਲਾਂ ਦੇ ਖੇਤਾਂ ਨੂੰ ਵੇਖਣ ਵਿੱਚ ਖੁਸ਼ ਹੋਣ। ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਭੱਜਣ ਵਿੱਚ ਖੁਸ਼ੀਆਂ ਮਨਾਉਂਦੇ ਹਨ ਜਾਂ ਖੁਸ਼ੀਆਂ ਮਨਾਉਂਦੇ ਹੋਣ। ਤੇ ਆਪਾਂ ਇਹ ਵੀ ਲਿਖ ਸਕਦੇ ਹਾਂ ਵੀ ਖੁਸ਼ੀ ਨਾਲ ਛਾਲ ਮਾਰਦੇ ਹੋਣ।
खुशी विच छाला मारदे, जो भी ओहो खाना पीना पसंद करते होण, ओ मिल जाए उन्हां नूं। ते सब तो जरूरी ਉੱਚੀ ਚੀਕਦੇ ਹੋਣ, ਉਹ ਵਾਲੀ ਥਾਂ। ਖੇਤਾਂ ਵਿੱਚ ਖੇਡਦੇ ਹੋਣ, ਮੀਂਹ ਵਿੱਚ ਗਿੱਲਾ ਹੋਣ ਤੇ ਕੋਈ ਨਾ ਰੋਕੇ। ਤੇ ਸਭ ਤੋਂ ਜ਼ਰੂਰੀ ਚਿੱਕੜ ਵਿੱਚ ਹੈ ਕਿ ਨਹੀਂ, ਜਿਹਨੂੰ ਸਾਡੇ ਮਾਪਿਓ ਰੋਕਦੇ ਹੈਗੇ ਨੇ, ਚਿੱਕੜ ਵਿੱਚ ਆਪਣੇ ਹੱਥਾਂ ਨੂੰ ਗੰਦਾ ਕਰਨ ਆਦि ਹੋਰ ਵੀ ਗੱਲਾਂ ਲਿਖ ਸਕਦੇ ਆ, ਹੈ ਕਿ ਨਹੀਂ ਬੱਚਿਓ। ਪਰ ਕੋਈ ਵੀ ਉਹਨਾਂ ਨੂੰ ਦੇਖ ਰਿਹਾ ਹੋਵੇ ਤਾਂ ਉਹ ਝਿੜਕੇ ਨਾ, ਇਹ ਬਹੁਤ ਜ਼ਰੂਰੀ। ਤੇ ਇਹ ਸੀ ਬੱਚਿਓ ਅੱਜ ਦਾ ਪਾਠ। ਮੈਂ ਉਮੀਦ ਕਰਦੀ ਹਾਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ। ਤੇ ਹੁਣ ਆਪਾਂ ਅਗਲੀ ਕਲਾਸ 'ਚ ਮਿਲਾਂਗੇ, ਤਦ ਤੱਕ ਤੁਸੀਂ ਆਪਣਾ ਧਿਆਨ ਰੱਖਿਓ। ਸਤਿ ਸ਼੍ਰੀ ਅਕਾਲ। ਤੇ ਚਿੱਕੜ ਵਿੱਚ ਆਪਣੇ ਹੱਥਾਂ ਨੂੰ ਗੰਦਾ ਕਰਨ ਆਦि, ਪਰ ਕੋਈ ਉਹਨਾਂ ਨੂੰ ਰੋਕੇ ਟੋਕੇ ਨਾ, ਦੇਖ ਕੇ ਵੀ ਨਾ ਟੋਕੇ, ਹੈ ਕਿ ਨਹੀਂ ਬੱਚਿਓ। ਆਹੀ ਸਭ ਚਾਹੁੰਦੇ ਆ ਆਪਾਂ। ਤੇ ਇਹ ਸੀ ਬੱਚਿਓ ਅੱਜ ਦੀ ਕਲਾਸ। ਮੈਂ ਉਮੀਦ ਕਰਦੀ ਹਾਂ ਤੁਹਾਨੂੰ ਵਧੀਆ ਲੱਗਿਆ ਹੋਵੇਗਾ, ਕੁਝ ਨਾ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ। ਹੁਣ ਆਪਾਂ ਅਗਲੀ ਕਲਾਸ 'ਚ ਮਿਲਾਂਗੇ, ਤਦ ਤੱਕ ਤੁਸੀਂ ਆਪਣਾ ਧਿਆਨ ਰੱਖਿਓ। ਸਤਿ ਸ਼੍ਰੀ ਅਕਾਲ।